प्यारे साथियों, जय भीम, जय भारत, नमो बुद्धा। कुछ दिनों तो मैं मजहबी सिख भरावां तो ਜਾਂ ਉਹਨਾਂ ਦੇ ਗਰੁੱਪਾਂ ਵਿੱਚੋਂ ਇਹ ਗੱਲ ਜ਼ਿਆਦਾ ਕਰਕੇ ਸੁਣ ਰਿਹਾ ਹਾਂ ਕਿ ਮਜਹਬੀ ਤੇ ਦੂਸਰੇ ਖਾਸ ਕਰਕੇ ਚਮਾਰ ਲੋਕਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਔਰ ਇਕੱਠੇ ਹੋ ਕੇ ਉਹਨਾਂ ਨੂੰ ਕੋਈ ਰਣਨੀਤੀ ਬਣਾਉਣੀ ਚਾਹੀਦੀ ਆ। ਗੱਲ ਬੜੀ ਚੰਗੀ ਹੈ ਔਰ ਇਹ ਸਮਾਜ ਦੇ ਹਿੱਤ 'ਚ ਹੈ। ਪਰ ਇਹ ਜੇ ਚੋਣਾਂ ਤੋਂ ਪਹਿਲਾਂ ਹੀ ਗੱਲ ਉੱਭਰਦੀ ਹੈ, ਚੋਣਾਂ ਦੇ ਪ੍ਰਸੰਗ 'ਚ ਗੱਲ ਉੱਭਰਦੀ ਹੈ, ਤਾਂ ਫਿਰ ਇਹਦਾ ਕੋਈ ਜ਼ਿਆਦਾ ਅਰਥ ਨਹੀਂ ਰਹਿੰਦਾ। ਮੈਂ ਇਹਦੇ ਤੇ ਬਹੁਤ ਗੰਭੀਰਤਾ ਨਾਲ ਚਿੰਤਾ ਕੀਤੀ ਹੈ ਔਰ ਚਿੰਤਨ ਕੀਤਾ। ਚਿੰਤਾ ਵੀ ਕੀਤੀ ਹੈ ਔਰ ਚਿੰਤਨ ਵੀ ਕੀਤਾ। ਚਿੰਤਾ ਮੈਨੂੰ ਇਸ ਗੱਲ ਦੀ ਹੈ ਕਿ ਜਿਹੜੇ ਲੋਕ ਪਿਛਲੇ 30-40 ਸਾਲ ਤੋਂ ਕਦੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਰਹੇ, ਕਦੇ ਜੁੜ ਕੇ ਬੈਠਣਾ ਉਹਨਾਂ ਦੀ ਸੋਚ 'ਚ ਨਹੀਂ ਆਇਆ, ਜਿਹੜੇ ਇੱਕ ਦੂਜੇ ਦੇ ਖਿਲਾਫ ਖੜੇ ਰਹੇ, ਉਹਨਾਂ ਨੂੰ ਅੱਜ 30-32 ਸਾਲ ਬਾਅਦ ਇਹ ਕਿਵੇਂ ਯਾਦ ਆ ਗਿਆ ਕਿ ਸਾਨੂੰ ਇਕੱਠੇ ਹੋ ਕੇ ਇੱਕ ਥਾਂ ਤੇ ਇੱਕ ਪਲੇਟਫਾਰਮ ਤੇ ਚੱਲਣਾ ਚਾਹੀਦਾ। ਚਿੰਤਨ ਮੇਰਾ ਇਸ ਗੱਲ ਦਾ ਹੈ ਕਿ ਮੈਂ ਹਮੇਸ਼ਾ ਇਸ ਗੱਲ ਨੂੰ ਬਹੁਤ ਦਲੇਰੀ ਨਾਲ ਔਰ ਬਹੁਤ ਮਜ਼ਬੂਤੀ ਨਾਲ ਆਭਾਰੀ ਰੱਖਿਆ ਹੈ ਕਿ ਜਿਹੜੀਆਂ ਨਿਮਨ ਜਾਤੀਆਂ ਜਾਂ ਅਛੂਤ ਜਾਤੀਆਂ, ਪਛੜੀਆਂ ਜਾਤੀਆਂ, ਇਹਨਾਂ ਦੇ ਵਿਚਕਾਰ ਕੋਈ ਦੂਰੀ ਨਾ ਬਣੇ, ਬਲਕਿ ਇਹ ਇਕੱਠੀਆਂ ਹੋਣ, ਇਕੱਠੀਆਂ ਚੱਲਣ ਔਰ ਆਪਣੀ ਤਾਕਤ ਹੈ ਜਿਹੜੀ ਉਹਨੂੰ ਬਣਾ ਕੇ ਦੂਜਿਆਂ ਦਾ ਮੁਕਾਬਲਾ ਕਰਨ। ਔਰ ਇਹ ਗੱਲ ਮੈਂ ਤਕਰੀਬਨ 35 ਸਾਲ ਤੋਂ ਲਗਾਤਾਰ ਕਹਿ ਰਿਹਾ ਕਿ ਨਾ ਤਾਂ ਚਮਾਰਾਂ ਬਿਨਾਂ ਕੋਈ ਸਰਕਾਰ ਬਣ ਸਕਦੀ ਹੈ ਔਰ ਨਾ ਮਜ਼ਹਬੀਆਂ ਬਿਨਾਂ ਕੋਈ ਜਿਹੜੀ ਸਰਕਾਰ ਬਣ ਸਕਦੀ ਹੈ। ਚਮਾਰ ਤੇ ਮਜ਼ਹਬੀ ਪੰਜਾਬ ਦੀ ਸਭ ਤੋਂ ਤਾਕਤਵਰ ਧਿਰ ਹੈ। ਮੈਂ ਹਜ਼ਾਰਾਂ ਪਿੰਡਾਂ ਚੋਂ ਗੁਜ਼ਰਿਆ, ਹਜ਼ਾਰਾਂ ਪਿੰਡਾਂ ਦੇ ਵਿੱਚ ਮੇਰੀਆਂ ਮੀਟਿੰਗਾਂ ਲੱਗੀਆਂ ਔਰ ਮੈਂ ਦੇਖਿਆ ਕਿ ਸਾਡਾ ਸਮਾਜ ਹੈ ਜਿਹੜਾ, ਉਹਦੇ ਬਹੁਤ ਸਾਰੇ ਸਮੂਹ ਹੈ ਜਿਹੜੇ, ਜਿਹਨੂੰ ਇਹ ਵਿਹੜੇ ਕਹਿੰਦੇ ਆ, ਚਮਾਰਲੀ ਵੀ ਕਹਿੰਦੇ ਆ, ਉਹ ਵੱਡੀ ਪੱਧਰ ਤੇ ਇੱਕ ਪਾਸੇ ਬੈਠਿਆ। ਕਈ ਪਿੰਡਾਂ ਦੇ ਵਿੱਚ, ਜਿਵੇਂ ਖਾਸ ਕਰਕੇ ਸਾਡੇ ਮਾਲਵੇ ਦੇ ਖੇਤਰ 'ਚ ਹਜ਼ਾਰਾਂ ਪਿੰਡ ਐਸੇ ਆ ਜਿੱਥੇ ਸਭ ਤੋਂ ਜ਼ਿਆਦਾ ਗਿਣਤੀ ਅਗਰ ਕਿਸੇ ਦੀ ਕੀਤੀ ਜਾਵੇ ਤਾਂ ਉਹ ਮਜ਼ਹਬੀ ਸਿੱਖਾਂ ਦੀ ਹੈ।
हो सकता कि चमारां दे पिंड इस तरह के ना होण, क्योंकि मैं उन्हां पिंडां दे विच हज़ारां पिंडां दे विच भी गया और मैनूं एड्डी वड्डी आबादी किसी पिंड च नहीं लभी जिथे रविदास जी या चमार है जिहड़े वो 50% तो ज़्यादा होण। पर जिथों तक मालवे का सवाल है या मेरे इस खेतर का सवाल है, मैं देखा कि पिंड पिंड भरे पे है इस आबादी नाल। बहुत वड्डे वड्डे विहड़े है साडे समाज दे और उन्हां दी गिणती 50% तो कई बारी वध जाती है। 30 35 40 होना तो बहुत छोटी गल है, सधारण गल है, आम जी गल है। और इस वेले जदों ये सवाल खड़ा हो रहा है कि पंजाब दे जिहड़े अछूत जाति दे लोग है, निमन शूदर है जिहड़े, जिन्हों कदी हरिजन भी कहा गया और जिन्हों लोगों के लीडर ने अपनियां रोटियां सेकण वास्ते इन्हां दे नामां च बेतहा वाधा कीता। कई एक एक जाति के 8 8 10 10 वारी नाम रखे गए। जिहड़ा ना अज चल रहा है ये कल नहीं सी, ते जिहड़ा कल चल रहा वो परसों नहीं सी। इस गल नूं समझना आम आदमी दे वस की गल नहीं है। जिवें असीं अज वाल्मीकि नहीं कहाउंदे, ज्यादा करके रंगरेटे कहाउने। रंगरेटियां तो पहला असीं मजहबी सिख कहाउंदे सी और मजहबी सिख तो पहला वाल्मीकि कहाउंदे सी। वाल्मीकिया तो पहला कोई साडे होर ना सी। अगर मैं ना लवां तो मैनू लगता कि मेरे लोग उन्होंने सिर्फ इतिहास नूं भी जानना पसंद नहीं करते। अज जिहड़ा सवाल उभर रहा वो यही है, जिवें कोई 1 महीना पहला एक आदमी ने दस्या कि उन्होंने हल्के दे विच लगभग 1.5 लाख तो उत्ते वोट है और 1.5 लाख तो उत्ते वोट है जिहड़ी उहदे च 75 लाख 1.5 लाख दे विचों 75,000 के करीब मजहबी वोट है। ਉਹਦਾ मतलब कहण तो यही सी कि ਅਸੀਂ ਜਿੱਤ ਸਕਦੇ ਹਾਂ। ਅੱਜ ਇੱਕ सवाल ਜਿਹੜਾ ਨਵਾਂ ਮੇਰੇ ਸਾਹਮਣੇ ਆਇਆ, ਜਿਹਦੀ ਅੱਜ शायद मीटिंग भी होने वाली है और मैनू भी ਉਹਦੇ ਚ शामिल होने लई कहा गया सी, तो मैं उन्होंने सुनागा। मैं उस मीटिंग शामिल तो नहीं हो सकूंगा पर सुनूंगा जरूर कि वो की विचार लैके अगे आउंदे आ। इस तो पहला कि उन्हों के विचार मेरे को पहुंचण ਜਾਂ समाज को पहुंचण, मैं उन्होंने एक गल कहनी चाहूँगा कि मेरे वीरो तुसी किसी की उड़ीक क्यों करते हो?
ਜਦ ਬਟਾਲੇ ਤੋਂ ਲੈ ਕੇ ਸੰਗਰੂਰ ਤੱਕ ਔਰ ਇਧਰੋਂ ਮੋਗਾ ਜਗਰਾਵਾਂ ਤੱਕ ਇਹ ਸਾਰੀ ਬੈਲਟ ਮਜ਼੍ਹਬੀ ਬੈਲਟ ਹੈ। ਉਸ ਤੋਂ ਅੱਗੇ ਨਕੋਦਰ ਤੋਂ ਲੈ ਕੇ ਸਿੱਧੀ ਧਾਰੀਵਾਲ ਤੱਕ ਇਹਦੇ ਚ ਵਾਲਮੀਕੀ ਬੈਲਟ ਹੈ। ਇਹ ਸਾਰੀ ਦੀ ਸਾਰੀ ਇਹ ਬਹੁਤ ਵੱਡੀ ਬੈਲਟ ਹੈ ਔਰ ਬਹੁਤ ਵੱਡੀ ਆਬਾਦੀ ਹੈ ਇਹਦੀ, ਜਿਹਨੂੰ ਮੈਂ ਤਕਰੀਬਨ ਸਾਰੀ ਨੂੰ ਗਾਇਆ ਹੋਇਆ। ਇਸ ਤਰ੍ਹਾਂ ਮੈਂ ਦੁਆਬੇ ਦੇ ਜਿੰਨੇ ਪਿੰਡ ਹੈ, ਪਠਾਨਕੋਟ ਤੋਂ ਲੈ ਕੇ ਸਿੱਧਾ ਪਟਿਆਲੇ ਤੱਕ, ਰਾਜਪੁਰੇ ਤੱਕ, ਮੋਹਾਲੀ ਤੱਕ, ਅੰਬਾਲੇ ਤੱਕ, ਇਸ ਏਰੀਏ ਨੂੰ ਵੀ ਮੈਂ ਬਹੁਤ ਅੱਛੀ ਤਰ੍ਹਾਂ ਜਾਣਦਾ ਹਾਂ। ਇਹ ਉਧਰਲੀ ਆਬਾਦੀ ਜਿਹੜੀ ਹੈ ਉਹ ਵੱਡੀ ਆਬਾਦੀ ਹੈ, ਯਾਨੀ ਇੱਕ ਤਰਫ ਚਮਾਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ, ਦੂਸਰੀ ਤਰਫ ਮਜ਼੍ਹਬੀ ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਜੇ ਹੁਣ ਇਹਨਾਂ ਨੇ ਇਕੱਠੇ ਨਹੀਂ ਹੋਣਾ, ਇਹਨਾਂ 'ਚ ਇਕੱਠੇ ਹੋਣ ਦੇ ਕੋਈ ਗੁਣ ਜਾਣੀ ਅੰਦਰ ਜਿਹੜੇ ਤੱਤ ਆ ਉਹ ਨਹੀਂ ਰਹੇ, ਇਕੱਠੇ ਹੋਣ ਦੀ ਭਾਵਨਾ ਇੰਨੀ ਕਮਜ਼ੋਰ ਹੋ ਗਈ ਹੈ ਕਿ ਇਹ ਤਾਂ ਪਸੰਦ ਨਹੀਂ ਕਰਦੇ ਇੱਕ ਦੂਜੇ ਨੂੰ। ਤਾਂ ਇਸ ਹਾਲਤ 'ਚ ਇਹਨਾਂ ਨੇ ਕੀ ਕਰਨਾ ਹੈ? ਮੇਰਾ ਜੋ ਮਨ ਕਹਿੰਦਾ ਉਹ ਇਹ ਆ ਕਿ ਜੇ ਦੂਸਰਾ ਕੋਈ ਆਦਮੀ ਨਹੀਂ ਆਉਂਦਾ, ਦੂਸਰੇ ਨੂੰ ਤੁਸੀਂ ਉਡੀਕਦੇ ਰਹੋ ਉਹ ਆਵੇ ਨਾ, ਤੇ ਤੁਸੀਂ ਇਕੱਠੇ ਹੋਵੋ ਨਾ। ਤੁਹਾਡੇ ਆਪਣੇ ਗਰੁੱਪ ਆ ਜਿਹੜੇ, ਪਤਾ ਨਹੀਂ ਕਿਹੜੇ ਕਿਹੜੇ ਪਿੰਡ, ਕਿੱਥੇ ਕਿੱਥੇ, ਕਿਹੜੇ ਕਿਹੜੇ ਸ਼ਹਿਰ, ਕਿਹੜੇ ਕਿਹੜੇ ਮਹੱਲੇ 'ਚ, ਕਿੱਥੇ ਕਿੱਥੇ ਤੁਸੀਂ ਇੰਨੇ ਗਰੁੱਪ ਬਣਾਏ ਹੋਏ ਆ। ਹਰ 10 ਆਦਮੀ 15 ਆਦਮੀ ਹਰ ਜਗ੍ਹਾ ਦੇ ਉੱਤੇ ਜਿੱਥੇ ਵੀ ਕਦੇ ਇਕੱਠੇ ਹੋ ਕੇ ਬੈਠਦੇ ਆ ਤਾਂ ਕੁਝ ਦਿਨਾਂ ਬਾਅਦ ਉਹ ਇੱਕ ਆਪਣੇ ਗਰੁੱਪ ਨੂੰ ਨਾਂ ਦੇ ਕੇ ਅਲੱਗ ਕਰ ਲੈਂਦੇ ਆ। ਕੋਈ ਰੰਗਰੇਟਾ ਬਣ ਜਾਂਦਾ ਹੈ, ਕੋਈ ਮਜ਼੍ਹਬੀ ਸਿੱਖ ਰੰਗਰੇਟਾ ਬਣ ਜਾਂਦਾ ਹੈ, ਕੋਈ ਵਾਲਮੀਕੀ ਬਣ ਜਾਂਦਾ ਹੈ, ਕੋਈ ਆਦ ਧਰਮੀ ਹੋ ਜਾਂਦਾ ਹੈ, ਕੋਈ ਰਵਿਦਾਸੀਆ ਹੋ ਜਾਂਦਾ ਹੈ। ਇਸ ਤਰ੍ਹਾਂ ਅਲੱਗ ਅਲੱਗ ਗੁੱਟ ਜਿਹੜੇ ਆ ਸੈਂਕੜਿਆਂ ਦੀ ਗਿਣਤੀ 'ਚ ਇਲਾਕਿਆਂ ਦੇ ਵਿੱਚ ਫੈਲੇ ਹੋਏ ਆ, ਔਰ ਇਹ ਗਰੁੱਪ ਇਹਨਾਂ ਨੂੰ ਇਕੱਠੇ ਨਹੀਂ ਹੋਣ ਦਿੰਦੇ। ਆਪਣੀ ਟੁੱਟ ਭੱਜ ਦੇ ਜ਼ਿੰਮੇਵਾਰ ਖੁਦ ਲੋਕ ਹੈ। ਇਹ ਚਾਹੁੰਦੇ ਆ ਕਿ ਇਕੱਠੇ ਹੋਣ, ਇਹ ਚਾਹੁੰਦੇ ਆ ਕਿ ਉਹਨਾਂ ਦਾ ਗਰੁੱਪ ਜਾਣੀ ਇੱਕ ਸਮਾਜ ਹੈ ਜਿਹੜਾ ਉਹ ਇੱਕ ਥਾਂ ਖੜੋਵੇ। ਪਰੰਤੂ ਅਸਲੀਅਤ ਕੀ ਹੈ ਕਿ ਇਹ ਮੁੜ ਘੁੜ ਕੇ ਕਿਸੇ ਨਾ ਕਿਸੇ ਦੂਸਰੇ ਜਾਣੀ ਕਾਬਜ਼ ਗਰੁੱਪ ਦੇ ਮਗਰ ਖੜੇ ਹੋ ਜਾਂਦੇ ਜਾ ਕੇ। ਕੋਈ ਬਾਦਲ ਮਗਰ ਖੜਾ ਹੈ, ਕੋਈ ਕੈਪਟਨ ਮਗਰ ਖੜਾ ਹੈ, ਕੋਈ ਬੈਂਸ ਮਗਰ ਖੜਾ ਹੈ, ਕੋਈ ਸਿੱਧੂ ਮਗਰ ਖੜਾ ਹੈ, ਕੋਈ ਮਜੀਠੀਏ ਮਗਰ ਖੜਾ ਹੈ, ਕੋਈ ਆਦਮੀ ਮਾਨ ਨਾਲ ਖੜਾ ਹੈ। ਤਾਂ ਇਹ ਸਾਰੇ ਲੋਕ ਹੈ ਜਿੰਨੇ ਕਾਬਜ਼ ਜਾਤਾਂ ਦੇ, ਕਾਬਜ਼ ਜਾਤੀ ਦੇ ਇੱਕ ਤਰ੍ਹਾਂ ਉਹਨਾਂ ਦੇ ਫੀਡਰ ਕਹਿ ਦਿਆਂਗੇ ਅਸੀਂ ਕਿ ਉਹਨਾਂ ਦੇ ਫੀਡਰ ਹੈ। ਜਿਹੜੀ ਤਾਕਤ ਸਾਰੀ ਇਹਨਾਂ ਕੋਲ ਹੈ।
ਇਹ ਫੀਡ ਕਰਦੇ ਆ ਉਹਨਾਂ ਨੂੰ, ਔਰ ਉਹਨਾਂ ਦੇ ਫੀਡ ਕਰਨ ਨਾਲ ਕੀ ਹੁੰਦਾ ਹੈ ਕਿ ਸੱਤਾ ਦੇ ਵਿੱਚ ਉਹ ਲੋਕ ਪਹੁੰਚ ਜਾਂਦੇ ਆ। ਔਰ ਫਿਰ ਇਹ ਆਦਮੀ ਜਿੱਥੇ ਆਪਣਾ ਅਪਮਾਨ ਵੀ ਕਰਾਉਂਦੇ ਆ, ਜਿੱਥੇ ਮਾਰ ਕੁੱਟ ਵੀ ਕਰਾਉਂਦੇ ਆ, ਔਰਤਾਂ ਦੀ ਬੇਪਤੀ ਵੀ ਕਰਾਉਂਦੇ ਆ, ਗੁਲਾਮੀ ਵੀ ਕਰਦੇ ਆ, ਆਪਣੀ ਹਸਤੀ ਵੀ ਕੋਈ ਨਹੀਂ ਇਹਨਾਂ ਦੀ, ਫਿਰ ਉਸ ਤਰ੍ਹਾਂ ਦੇ ਗੁਲਾਮ ਬਣ ਕੇ ਜਿਉਂਦੇ ਰਹਿੰਦੇ ਆ। ਔਰ ਇਹ ਚੀਜ਼ ਜਿਹੜੀ ਹੈ, ਇਹਨੂੰ ਜੇ ਅਗਰ ਦੇਖੀਏ ਸਹੀ ਮਾਨਿਆਂ 'ਚ, ਤਾਂ ਜਿਹੜੇ ਲੋਕ ਜਿਹੜੇ ਰਾਖਵਾਂ ਕਰਨ ਦੇ ਆਧਾਰ ਤੇ MLA MP ਬਣੇ ਆ, ਸਰਪੰਚ ਬਣੇ ਆ, ਨਗਰ ਪਾਲਿਕਾ ਦੇ ਮੈਂਬਰ ਬਣੇ ਆ, MC ਵਗੈਰਾ ਜਾਂ ਆਮ ਮੈਂਬਰ ਬਣੇ ਆ, ਇਹ ਉਹਨਾਂ ਲੋਕਾਂ ਦੇ ਕਰਕੇ ਹੋਇਆ ਹੈ ਜ਼ਿਆਦਾ ਕਰਕੇ। ਨਾ ਤਾਂ ਉਹ ਖੁਦ ਇਕੱਠੇ ਹੋਏ ਕਦੇ, ਨਾ ਉਹਨਾਂ ਨੇ ਲੋਕਾਂ ਨੂੰ ਇਕੱਠੇ ਹੋਣ ਦਿੱਤਾ। ਹਰ ਇੱਕ ਨੇ ਆਪਣੀ ਆਪਣੀ ਢੇਰੀ ਬਣਾ ਲਈ, ਔਰ ਜਿਹਦੇ ਕੋਲ ਜਿੱਡੀ ਢੇਰੀ ਆ ਉਸ ਢੇਰੀ ਦੇ ਮੁਤਾਬਕ ਉਹ ਜਿਹੜਾ ਸੱਤਾ 'ਚ ਬੈਠਾ ਗਰੁੱਪ ਹੈ ਉਹਦੇ ਮਗਰ ਜਾ ਕੇ ਖੜੋ ਜਾਂਦਾ ਹੈ। ਔਰ ਮਗਰ ਖੜਨ ਦਾ ਉਹ ਬਰਾਬਰ ਨਹੀਂ ਖੜਾ ਹੁੰਦਾ, ਨਾ ਮੂਹਰੇ ਖੜਾ ਹੁੰਦਾ, ਨਾ ਬਰਾਬਰ ਖੜਾ ਹੁੰਦਾ, ਉਹ ਬਿਲਕੁਲ ਉਹਦੇ ਮਗਰ ਤੁਰਦਾ, ਪਿਛਲੱਗੂ ਦੀ ਤਰ੍ਹਾਂ ਚੱਲਦਾ। ਇਸ ਕਰਕੇ ਉਹਨੂੰ ਫਾਇਦਾ ਹੁੰਦਾ ਕਿ ਕਦੇ ਉਹਨੂੰ MLA ਦੀ ਟਿਕਟ ਮਿਲ ਜਾਂਦੀ ਹੈ, ਕਦੇ ਉਹਨੂੰ ਮੰਤਰੀ ਪਦ ਮਿਲ ਜਾਂਦਾ ਹੈ। ਜਾਣੀ ਉਹ ਰਾਜਨੀਤਿਕ ਸੀਰੀ ਦੇ ਤੌਰ ਤੇ ਕੰਮ ਕਰਦੇ ਆ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਸਾਡੇ ਮਜ਼੍ਹਬੀ ਸਿੱਖ ਗਰੁੱਪ ਜਿਹੜੇ ਆ, ਭਰਾ ਜਿਹੜੇ, ਉਹ ਇਕੱਠੇ ਹੋ ਕੇ ਇਹ ਸੋਚਦੇ ਆ ਕਿ ਦੂਜਿਆਂ ਨੂੰ ਸਾਡੇ ਨਾਲ ਜਾਂ ਸਾਨੂੰ ਦੂਜਿਆਂ ਨਾਲ ਖੜੇ ਹੋਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਇਹ ਕਿਉਂ ਨਾ ਸੋਚਣ ਉਹ ਕਿ ਸਾਨੂੰ ਆਪਣੇ ਆਪ ਨੂੰ ਸੰਗਠਿਤ ਕਰਨਾ ਚਾਹੀਦਾ। ਤੁਸੀਂ ਜਦੋਂ ਗਰੁੱਪ ਬਣਾਉਂਦੇ ਆ, ਤੁਸੀਂ ਆਪਣੀ ਪਰਖ ਕਿਉਂ ਨਹੀਂ ਕਰਦੇ? ਇੱਕ ਆਦਮੀ ਤੁਸੀਂ ਪਾਰਲੀਮੈਂਟ 'ਚ ਖੜਾ ਕਰਦੇ ਆ, ਉਹ 5-7 ਹਜ਼ਾਰ ਵੋਟ ਲੈ ਲੈਂਦਾ ਹੈ। ਜੇ ਤੁਸੀਂ ਵਿਧਾਨ ਸਭਾ 'ਚ ਖੜਾ ਕਰਦੇ ਆ ਆਜ਼ਾਦ ਤੌਰ ਤੇ, ਤਾਂ ਉਹ 500-700 ਵੋਟ ਲੈ ਲੈਂਦਾ। ਇਸ ਤੋਂ ਜ਼ਿਆਦਾ ਸਾਡੀ ਔਕਾਤ ਹੀ ਕੋਈ ਨਹੀਂ। ਅਗਰ ਕੋਈ ਆਦਮੀ 20-25 ਹਜ਼ਾਰ ਵੋਟ ਲੈਂਦਾ ਵੀ ਹੈ ਤਾਂ ਉਹ ਜਿੱਤਣ ਦੇ ਕਾਬਿਲ ਨਹੀਂ ਹੁੰਦਾ, ਕਿਉਂਕਿ ਉਹਨੂੰ 30-35 ਹਜ਼ਾਰ 32 ਹਜ਼ਾਰ ਵੋਟ ਦੀ ਜ਼ਰੂਰਤ ਪੈਂਦੀ ਹੈ। ਉਹ ਇਸ ਗੱਲ ਤੇ ਅੜਿਆ ਰਹੇਗਾ ਕਿ ਮੈਂ ਜਿਹੜੇ ਸਮਾਜ 'ਚ ਆਉਣਾ ਹੈ ਮੈਂ ਇਹਦੇ ਨਾਲ ਹੀ ਖੜਾ ਰਹਾਂ। ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਉੱਥੋਂ ਦੇ ਲੋਕ ਆ ਜਿਹੜੇ ਉਹਦੇ ਸਮਾਜ ਦੇ ਜਿਹੜੇ ਆਲੇ ਦੁਆਲੇ, ਉਹਨੂੰ ਜਿੱਤਣ ਜੋਗੀ ਵੋਟ ਨਹੀਂ ਦੇ ਸਕਦੇ, ਪਰ ਉਹਨੂੰ ਜਿੱਤਣ ਵਰਗਾ ਬਣਾ ਦਿੰਦੇ ਆ। ਤਾਂ ਇਹ ਵੀ ਹਾਰਨਾ ਹੀ ਹੈ, ਇਹ ਵੀ ਹਾਰ ਜਾਣਾ। ਅਗਰ ਤੁਸੀਂ 5 ਵੋਟਾਂ ਤੇ ਹਾਰ ਗਏ ਤਾਂ ਹਾਰ ਗਏ, ਕਹਾਣੀ ਖਤਮ। ਤਾਂ ਮੈਂ ਇੱਕ ਗੱਲ ਸਲਾਹ ਦੇਣੀ ਚਾਹੂੰਗਾ ਆਪਣੇ ਮਾਲਵੇ ਦੇ ਸਾਥੀਆਂ ਨੂੰ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੋਈ ਤਾਕਤ ਬਣੇ, ਹਸਤੀ ਬਣੇ, ਤੁਸੀਂ ਦੂਜੇ ਦੇ ਮੂੰਹ ਲੀਨਾ ਚੱਕੋ। ਤੁਸੀਂ ਉੱਠਦੇ ਬੁੱਲ ਲੀਨਾ ਦੇਖੋ ਕਿ ਉਹ ਡਿੱਗੇਗਾ, ਤੁਸੀਂ ਉੱਠਦੇ ਬਰਾਬਰ ਖੜੇ ਹੋ ਜਾਓ।
अपने आप ਨੂੰ ਇੰਨੇ ਸੰਗਠਿਤ ਕਰ ਲਓ ਕਿ ਤੁਸੀਂ ਇੱਕੋ ਵਾਰੀ 'ਚ ਅਗਲਿਆਂ ਨੂੰ ਦੱਸ ਦਿਓ ਕਿ ਹੁਣ ਤੁਸੀਂ ਸਾਡੇ ਬਿਨਾਂ ਕੋਈ ਰਾਜ ਨਹੀਂ ਚਲਾ ਸਕਦੇ। ਮੇਰੇ ਮਨ 'ਚ ਇਹ ਗੱਲਾਂ ਆਉਂਦੀਆਂ ਕਿ ਮੈਂ ਆਪਣੇ ਸਮਾਜ ਨੂੰ ਘੱਟੋ ਘੱਟ ਇੰਨੀ ਗੱਲ ਸਿਖਾ ਸਕਾਂ ਕਿ ਜੇ ਦੂਸਰਾ ਕੋਈ ਤੁਹਾਡੇ ਨਾਲ ਨਹੀਂ ਖੜਦਾ ਤਾਂ ਪੰਜਾਬ ਤੇ ਮਜ਼੍ਹਬੀ ਦਾ ਪੰਜਾਬ ਦਾ ਮਜ਼੍ਹਬੀ ਤੇ ਚਮਾਰ ਦੋ ਪੰਜਾਬ ਦੀਆਂ ਸਭ ਤੋਂ ਤਾਕਤਵਰ ਧਿਰਾਂ ਹੈ। ਅਗਰ ਦੋਨੇ ਆਪਸ ਵਿੱਚ ਹੀ ਨਹੀਂ ਖੜੇ ਦੇ ਹੁੰਦੇ ਤਾਂ ਦੋਨੇ ਆਪਣੀ ਆਪਣੀ ਜਗ੍ਹਾ ਬਹੁਤ ਵੱਡੀਆਂ ਧਿਰਾਂ, इधर मजहबी सिख और उधर चमार। और एक खास गल नोट करने वाली है कि चमारां दे जिन्नी टुकड़ वंड हुई है उन्नी मजहबी सिखां दी टुकड़ वंड नहीं हुई। चमारां दा हाल यह है कि 300-400 डेरा बन गया उत्थे, 300-400 चमारां दे डेरे आ, 300-400 उथों दे साधु संत है, 300-400 परंपरावां उन्हां दियां, 300-400 उन्हां दे अड्ड अड्ड भरोसे आ, विश्वास है, 300-400 रस्ते आ उन्हां दे अपने अपने। कोई रस्ता दूजे रस्ते नूं मिलाउंदा नहीं है, कटदा है। मैं 8-10 साल डेरा बल्ला नाल रहा। अल्टीमेटली मैनू समझ लगी कि जिहड़ा दुआबे दा चमार है वो इन्ने टुकड़ियां च वंडिया होया कि वो कदे भी जित नहीं सकता। उन्होंने जितन वास्ते रिजर्वेशन का सहारा लेना पएगा। रिजर्वेशन का मतलब है कि दूजियां दी वोट है जिहड़ी वो लेनी पैगी। जब तुसी दूजियां दी वोट नाल जितना है तो तुसी आज़ाद तौर पर नहीं जित सकते। अगर तुसी आज़ाद तौर पर नहीं जित सकते तो आज़ाद तौर पर तुसी खड़े नहीं हो सकते, आज़ाद तौर पर तुसी लड़ नहीं सकते, आज़ाद तौर पर तुसी अपनी हस्ती नहीं दिखा सकते, आज़ाद तौर पर तुसी अपना धन दौलत जिहड़ी है जो सरकारी भी तुहानूं मिल जाए उहदी वरतों नहीं कर सकते। आज़ाद तौर पर तुसी बिना पुछे तो मूतड़ नहीं जा सकते। तुसी अपने MLA MP है उन्होंने देखो जरा ध्यान नाल कि वो तो पेशाब कर नहीं जा सकते पुछे बिना। ये गुलाम जिहड़ा गुलाम कोई स्थान नहीं हुंदा, गुलाम पोजीशन नहीं हुंदी, गुलाम मनुख हुंदा है। वो जिथे भी खड़ोता उत्थे ही गुलाम हुंदा। हो अगर तुसी आज़ादी की लड़ाई लड़नी है तो तुसी इस गल ते खड़े रहो, अड़ी जाओ कि फलाना साडे नाल आऊगा तां ताकत बनू, फलाना साडे नाल चलू तां ताकत बनू। मेरा ख्याल है इहदे नालों पहला ये सोचना चाहिए है कि जे असीं इकट्ठे होकर खड़े हो जाइए तो असीं अपनी ताकत जोड़ सकते हैं और अपनी ताकत के सहारे ते खुद नूं दूजियां दे बराबर खड़ा कर सकते हैं। जिस दिन तुसीं उठ के खड़े हो जाओगे तो जिहड़े उपर खड़े आ तुहाडे ये थल्ले आ जाणगे। मान लो अज तुहानूं 200 वोट पैंदी है, एक पार्टी इत्थे जिहड़ा जना खना पार्टी बना लैंदा, जिवें मैं भी पार्टी बना ली तो पर मैं पार्टी तोरी नहीं अगे, क्योंकि मैं जानदा है पार्टी का अर्थ की हुंदा है। मैं जानदा है कि
ਜਿਹਦੇ ਕੋਲ ਸਮਾਜ ਨਾ ਹੋਵੇ ਉਹਦਾ ਪਾਰਟੀ ਦਾ ਮਤਲਬ ਕੋਈ ਨਹੀਂ ਹੁੰਦਾ। ਇਸ ਕਰਕੇ ਮੈਂ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਇਸ ਗੱਲ ਲਈ। ਤਾਂ ਮੈਂ ਆਪਣੇ ਭਰਾਵਾਂ ਨੂੰ ਸਲਾਹ ਦੇਣੀ ਚਾਹੂੰਗਾ ਕਿ ਅਗਰ ਮੈਂ ਆ ਵੀ ਜਾਵਾਂ ਨਾਲ ਕਿਸੇ ਦੇ 10 20 50 ਹੋਰ ਬੰਦੇ ਵੀ ਮੇਰੇ ਨਾਲ ਆ ਜਾਣ ਤਾਂ ਕੀ ਫਰਕ ਪਏਗਾ। ਅਗਰ ਤੁਸੀਂ ਟੁੱਟੇ ਹੋਏ ਹੋ, ਤੁਸੀਂ ਭੋਰਾ ਭੋਰਾ ਇੱਟ ਬੱਟਿਆਂ ਦੇ ਰੋੜੇ ਬਣੇ ਹੋਏ ਹੋ, ਬਜਰੀ ਬਣੇ ਹੋਏ ਹੋ, ਤਾਂ ਤੁਹਾਨੂੰ ਸੀਮੈਂਟ ਦੀ ਜ਼ਰੂਰਤ ਤਾਂ ਪਏਗੀ। ਸੀਮੈਂਟ ਜਿਹੜਾ ਹੈ ਜਦ ਤੱਕ ਨਹੀਂ ਮਿਲੇਗਾ ਤੁਹਾਨੂੰ, ਤੁਸੀਂ ਬਜਰੀ ਤੋਂ ਤਾਕਤਵਰ ਪੱਥਰ ਨਹੀਂ ਬਣੋਗੇ। ਅੱਜ ਤੁਸੀਂ ਬਿਖਰੇ ਹੋਏ ਟੁੱਟੇ ਹੋਏ ਰੋੜੇ ਛੋਟੇ ਛੋਟੇ ਬਜਰੀ ਹੋ। ਤੁਸੀਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਸੰਗਠਿਤ ਕਰੋਗੇ ਤਾਂ ਤੁਸੀਂ ਆਪਣੀ ਤਾਕਤ ਜਿਹੜੀ ਆ ਉਹਨੂੰ ਬਹਾਲ ਕਰੋਗੇ। ਤਾਕਤ ਬਹਾਲ ਕਰਨ ਦਾ ਤਰੀਕਾ ਕਿ ਤੁਸੀਂ ਜੁੜ ਕੇ ਖੜੇ ਹੋ ਜਾਓ। ਤੁਸੀਂ ਕਿਸੇ ਨੂੰ ਕਿਉਂ ਉਡੀਕਦੇ ਹੋ? ਕਿਸੇ ਦੇ ਸਹਾਰੇ ਤੇ ਕਿਉਂ ਚੱਲਦੇ ਹੋ? ਮੰਨ ਲਓ ਕਿ ਤੁਸੀਂ ਅੱਜ 200 ਵੋਟ ਲੈਂਦੇ ਹੋ, ਪਰ ਜਦ ਤੁਸੀਂ ਇਕੱਠੇ ਹੋ ਜਾਂਦੇ ਹੋ ਤਾਂ ਤੁਸੀਂ 20,000 25,000 ਤੇ ਪਹੁੰਚ ਜਾਂਦੇ ਹੋ। ਇਹਦਾ ਮਤਲਬ ਹੈ ਕਿ ਜਿਹੜਾ 40,000 ਵੋਟ ਤੇ ਜਿੱਤਦਾ ਉਹਦੀ 15,000 ਵੋਟ ਅਗਰ ਤੁਸੀਂ ਕੱਟਤੀ ਤਾਂ ਤੁਸੀਂ ਜਿੱਤਣ ਦੇ ਕਾਬਲ ਹੋ ਗਏ। 150 200 ਵੋਟ ਤੇ ਤੁਸੀਂ ਜਿੱਤ ਸਕਦੇ ਹੋ, 1000 ਤੇ ਜਿੱਤ ਸਕਦੇ ਹੋ। ਇਹ ਸਾਰੇ ਲੋਕ 1000 ਤੇ ਜਿੱਤਦੇ ਆ, ਤੁਸੀਂ 20,000 ਤੇ ਜਿੱਤ ਸਕਦੇ ਹੋ। ਜਿੰਨੀਆਂ ਵੋਟਾਂ ਤੁਸੀਂ ਆਪਣੀਆਂ ਇਕੱਠੀਆਂ ਕਰ ਲਓਗੇ ਉਨੀਆਂ ਵੋਟਾਂ ਦੂਜੇ ਦਾ ਜਿਹੜਾ ਝੋਲਾ ਭਰਦੇ ਆ ਤੁਸੀਂ ਉਹਦੇ ਚੋਂ ਬਾਹਰ ਕੱਢ ਲਓਗੇ। ਉਹਦਾ ਝੋਲਾ ਖਾਲੀ ਹੋ ਜਾਏਗਾ, ਤੁਹਾਡੀ ਝੋਲੀ ਭਰ ਜਾਏਗੀ। ਤੁਹਾਡੀ ਝੋਲੀ ਭਰ ਜਾਏਗੀ, ਉਹਦੀ ਝੋਲੀ ਖਾਲੀ ਹੋ ਜਾਏਗੀ, ਤਾਂ ਜਿਹਦੇ ਚੋਂ ਜ਼ਿਆਦਾ ਵੋਟਾਂ ਨਿਕਲ ਆਉਣਗੀਆਂ ਉਹ ਜੇਤੂ ਹੋ ਜਾਏਗਾ। ਅੱਜ ਹਾਲਾਤ ਕੀ ਹੈ ਕਿ ਤੁਸੀਂ ਸਾਰੇ ਰਲ ਕੇ ਬਗਾਨਿਆਂ ਦੀ ਝੋਲੀ ਭਰਦੇ ਹੋ, ਦੂਜਿਆਂ ਦੀ ਝੋਲੀ ਭਰਦੇ ਹੋ ਤਾਂ 40-50,000 ਤੇ ਪਹੁੰਚ ਜਾਂਦਾ, ਜੇਤੂ ਹੋ ਜਾਂਦਾ, ਕਿਉਂਕਿ ਤੁਹਾਡੇ ਕੋਲੇ 500 ਵੋਟ ਰਹਿ ਜਾਂਦੀ ਹੈ। ਔਰ ਬਾਕੀ ਲੋਕ ਜਿਹੜੇ ਸਾਡੇ ਉਹ 1000-1500 ਰੁਪਏ 'ਚ ਵਿਕ ਜਾਂਦੇ ਆ। ਹੁਣ ਵਿਕਣ ਵਾਲੇ ਲੋਕਾਂ ਨੂੰ ਕਹੋ ਤੁਸੀਂ ਇਕੱਠੇ ਹੋ ਜਾਓ, ਉਹ ਕਿਵੇਂ ਹੋ ਸਕਦੇ ਆ? ਤਾਂ ਕਰੈਕਟਰ ਬਦਲਣਾ ਪਏਗਾ, ਚਰਿੱਤਰ ਬਦਲਣਾ ਪਏਗਾ, ਸੋਚ ਬਦਲਣੀ ਪਏਗੀ, ਮਾਨਸਿਕਤਾ ਬਦਲਣੀ ਪਏਗੀ, ਆਪਣਾ ਚਾਲ ਚੱਲਣ ਬਦਲਣਾ ਪਏਗਾ, ਆਪਣੇ ਅੰਦਰ ਆਜ਼ਾਦੀ ਦੀ ਭਾਵਨਾ ਪੈਦਾ ਕਰਨੀ ਪਏਗੀ, ਅਣਖ ਦੀ ਭਾਵਨਾ ਪੈਦਾ ਕਰਨੀ ਪਏਗੀ, ਗੈਰਤ ਪੈਦਾ ਕਰਨੀ ਪਏਗੀ। 1000 2000 4000 ਲੈ ਕੇ ਤੁਸੀਂ ਕੋਈ ਸ਼ਹਿਨਸ਼ਾਹ ਨਹੀਂ ਹੋ ਜਾਂਦੇ, ਪਰ ਇਕੱਠੇ ਹੋ ਕੇ ਸ਼ਹਿਨਸ਼ਾਹ ਹੋ ਜਾਓਗੇ। ਤਾਂ ਮੈਂ ਬਜਾਏ ਇਸ ਦੇ ਕਿ ਹੁਣ ਲੋਕਾਂ ਕੋਲ ਜਾਣ ਦੀ ਸਮੱਸਿਆ ਤਾਂ ਬਹੁਤ ਗੰਭੀਰ ਹੈ, ਨਾ ਤਾਂ ਲੋਕਾਂ ਕੋਲ ਜਾਇਆ ਜਾ ਸਕਦਾ, ਨਾ ਲੋਕ ਕਿਸੇ ਦੀ ਸੁਣਨ ਨੂੰ ਤਿਆਰ ਹੈ। ਤਾਂ ਮੈਂ ਇਹੀ ਸਲਾਹ ਦੇਣੀ ਚਾਹੂੰਗਾ, ਜਿਹੜੇ ਚੰਗੇ ਬੰਦੇ ਆ, ਚੰਗੇ ਲੀਡ ਕਰਨ ਵਾਲੇ ਲੋਕ ਹੈ, ਉਹਨਾਂ ਨੂੰ ਸਲਾਹ ਦੇਣੀ ਚਾਹੂੰਗਾ ਕਿ ਬਜਾਏ ਇਸ ਦੇ ਕਿ ਤੁਸੀਂ ਕਿਸੇ ਤੋਂ ਉਮੀਦ ਕਰੋ ਕਿ ਉਹ ਤੁਹਾਡੀ ਜਿੱਤ ਦਾ ਕਾਰਨ ਬਣੇ, ਤੁਸੀਂ ਖੁਦ ਇਕੱਠੇ ਹੋ ਜਾਓ ਤਾਂ ਤੁਸੀਂ ਜੇਤੂ ਹੋ ਜਾਓਗੇ। ਇਹਨਾਂ ਸ਼ਬਦਾਂ ਨਾਲ ਹੀ ਰਜਾ ਲੈਣਾ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।